ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੇ। ਜ਼ੀਰਾ ਸ਼ਰਾਬ ਫੈਕਟਰੀ ਦਾ ਮਾਮਲਾ ਭਖਿਆ, ਮਾਹੌਲ ਬਣਿਆ ਤਣਾਅਪੂਰਨ। ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ ਚਰਨਜੀਤ ਸਿੰਘ ਚੰਨੀ। ਆਪ ਸਰਕਾਰ ਦੀ ਬੀਬਾ ਬਾਦਲ ਨੇ ਸੰਸਦ ਵਿੱਚ ਖੋਲ੍ਹੀ ਪੋਲ। ਪੰਜਾਬ 'ਚ ਸੰਘਣੀ ਧੁੰਦ ਕਾਰਨ ਸਕੂਲਾਂ ਦਾ ਸਮਾਂ ਬਦਲਿਆ ਤੇ ਦੁਰਾਹਾ ਦੀ ਫੈਕਟਰੀ 'ਚ ਧਮਾਕੇ ਨਾਲ 2 ਮਜ਼ਦੂਰਾਂ ਦੀ ਮੌਤ, 4 ਗੰਭੀਰ ਰੂਪ 'ਚ ਜ਼ਖਮੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਜ਼ੀਰਾ ਸ਼ਰਾਬ ਫੈਕਟਰੀ ਦਾ ਮਾਮਲਾ ਹੁਣ ਗੰਭੀਰ ਹੁੰਦਾ ਜਾ ਰਿਹਾ ਹੈ। ਅੱਜ ਤੀਜੇ ਦਿਨ ਵੀ ਪੁਲਿਸ ਪ੍ਰਸ਼ਾਸਨ ਤੇ ਧਰਨਾਕਾਰੀਆਂ ਵਿਚਕਾਰ ਝੜਪਾਂ ਹੁੰਦੀਆਂ ਰਹੀਆਂ। ਝੜਪਾਂ ਇੰਨੀਆਂ ਵੱਧ ਗਈਆਂ ਕਿ ਪੁਲਿਸ ਨੂੰ ਧਰਨਾਕਾਰੀਆਂ ਤੇ ਲਾਠੀ ਚਾਰਜ ਕਰਨਾ ਪਿਆ। ਪੁਲਿਸ ਵੱਲੋਂ ਲਾਏ ਗਏ ਬੈਰੀਕੇਡਸ ਵੀ ਧਰਨਾਕਾਰੀਆਂ ਨੇ ਤੋੜ ਦਿੱਤੇ। ਬੀਤੇ ਕੱਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਵਿਖੇ ਪਹੁੰਚਣ ਲਈ ਕਾਲ ਦਿੱਤੀ ਗਈ ਸੀ ਅਤੇ ਧਰਨੇ ਦੇ ਪਹਿਲੇ ਪੜਾਅ ਤੇ ਪਹੁੰਚਦਿਆਂ ਹੀ ਕਿਸਾਨ ਜਥੇਬੰਦੀਆਂ ਨੂੰ ਪੁਲਿਸ ਦੁਆਰਾ ਰੋਕਿਆ ਗਿਆ ਅਤੇ ਉਹਨਾਂ ਨੂੰ ਅੱਗੇ ਧਰਨੇ ਵਾਲੀ ਜਗ੍ਹਾ ਤੇ ਨਹੀਂ ਜਾਣ ਦਿੱਤਾ ਜਾ ਰਿਹਾ ਸੀ, ਜਿਸ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਗੁੱਸੇ ਵਿੱਚ ਆ ਗਏ ਤੇ ਪੁਲਿਸ ਨਾਲ ਉਹਨਾਂ ਦੀ ਝੜਪ ਹੋ ਗਈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਸਿਆਸਤ ਵਿੱਚੋਂ ਲੰਮੀ ਗੈਰਹਾਜ਼ਰੀ ਮਗਰੋਂ ਹੁਣ ਵਿਦੇਸ਼ ਤੋਂ ਪਰਤ ਆਏ ਹਨ। ਅੱਜ ਉਹ ਰਾਜਸਥਾਨ ਵਿੱਚ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਤੇ ਲਿਖਿਆ ਹੈ ਕਿ ਉਹ ਰਾਜਸਥਾਨ ਦੇ ਅਲਵਰ ਵਿੱਚ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣੇ ਹਨ। ਦੱਸ ਦੇਈਏ ਕਿ ਕਾਂਗਰਸ ਪਾਰਟੀ ਦੀ ਭਾਰਤ ਜੋੜੋ ਯਾਤਰਾ ਹੁਣ ਪੰਜਾਬ ਆਉਣ ਵਾਲੀ ਹੈ। ਉਹ ਪੰਜਾਬ ਵਿੱਚ ਵੀ ਯਾਤਰਾ ਦਾ ਹਿੱਸਾ ਬਣਨਗੇ। ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ 'ਚ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਸੀ ਅਤੇ ਚੰਨੀ ਇਹਨਾਂ ਚੋਣਾਂ ਵਿੱਚ ਭਦੌੜ ਅਤੇ ਚਮਕੌਰ ਸਾਹਿਬ ਹਲਕੇ ਤੋਂ ਚੋਣ ਹਾਰ ਗਏ ਸਨ। ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਆਸੀ ਤੰਜ ਕੀਤੇ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਪਹਿਲਾਂ ਨਸ਼ੇ ਦੀ ਹਾਲਤ ਵਿੱਚ ਸੰਸਦ ਵਿੱਚ ਆਉਂਦਾ ਸੀ, ਅੱਜ ਉਹ ਸੂਬੇ ਦੀ ਸਰਕਾਰ ਚਲਾ ਰਿਹਾ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ 8 ਤੋਂ 10 ਮਹੀਨੇ ਪਹਿਲਾਂ ਜਿਹੜੇ ਲੋਕ ਸੰਸਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਨੇੜੇ ਬੈਠਦੇ ਸਨ, ਉਹ ਉਨ੍ਹਾਂ ਨੂੰ ਆਪਣੀ ਸੀਟ ਬਦਲਣ ਦੀ ਬੇਨਤੀ ਕਰਦੇ ਸਨ। ਉਸ ਦੇ ਨੇੜੇ ਬੈਠਣਾ ਵੀ ਪਸੰਦ ਨਹੀਂ ਸੀ ਕਰਦੇ। ਇਸ ਦੇ ਨਾਲ ਹੀ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਤੇ ਵੀ ਉਨ੍ਹਾਂ ਸਰਕਾਰ ਤੇ ਨਿਸ਼ਾਨੇ ਵੀ ਨੇ। 10 ਮਹੀਨਿਆਂ 'ਚ ਪੰਜਾਬ ਦੇ ਕੀ ਹਾਲਾਤ ਹੋ ਗਏ ਨੇ ਸਰ। ਅੱਜ ਮੈਂ ਸਿਰਫ ਤੁਹਾਨੂੰ ਆਹੀ ਕਹਿਣਾ ਚਾਹਾਂਗੀ ਕਿ ਭਾਵੇਂ ਮੇਰੀ ਤੁਸੀਂ ਨਾ ਸੁਣੋ, ਤੁਸੀਂ ਆਹੀ ਦੇਖ ਲਿਓ कि सुप्रीम कोर्ट ने 10 दिन पहले की फटकार लगाई है, तो क्या टिप्पणियां की हैगी, केड़ी टिप्पणियां कीतियां ने पंजाब सरकार दे उत्ते। आज साडे सूबे दा मुख मंत्री 6 महीने 10 महीने पहले उत्थे बैठिया हुंदा सीगा। आई थिंक द होल हाउस नोज दैट द प्रेजेंट चीफ मिनिस्टर ऑफ पंजाब यूज्ड टू सिट इन दैट कॉर्नर। ते सर मैं तुहानू चैलेंज करदी हां कि तुसी पिछले स्पीकर तो लै लो जिहड़ी किन्नी सारी कंप्लेंटां उत्थों आईयां सीगियां उन्हां दे अपनी पार्टी ते दूजियां तो कि साडी सीट बदल दो। जिहड़ा मुख मंत्री पार्लियामेंट दे विच 11 बजे नशे दी हालत 'च आंदा सी, ओह हुण सूबा चला रहा हैगा। सर तुसीं भुल्ले नहीं होगे कि आई जद पहली बारी बनिया सी, सर जद पहली बारी इत्थे आया सीगा, ਤੁਹਾਨੂੰ ਬਿੱਟੂ ਜੀ ਤੁਹਾਨੂੰ ਕਿਉਂ ਮੁਰਚਾ ਲੱਗ ਰਹੀਆਂ ਨੇ? ਮੈਨੂੰ ਪਤਾ ਹੈ ਤੁਹਾਡਾ ਬੇਲੀ ਸੀਗਾ, लेकिन जेड़ा कर रहे उन्होंने तो तुसी भी नहीं निकाल सकते। सब पार्लियामेंट की वीडियोग्राफी 4 दिन पहले हमने जवानों को उनको नमन किया जिन्होंने अपनी शहादत देती है इस पार्लियामेंट की सुरक्षा के लिए। तो वो हमारे मुख्यमंत्री जो हैं उन्होंने MP बन के तो पूरे पार्लियामेंट की वीडियोग्राफी बाहर से लेके अंदर तक कराई, ताकि किसी को जो नहीं पता लगे हमारे देश के उधर दुश्मन बैठे हो, उनको अच्छी तरह से पता लग जाए कहां से अंदर जाते हैं कहां से बाहर जाते हैं। और इसलिए स्पीकर साहब ने एक पूरा सेशन उनको बाहर का रास्ता दिखाया था। ये कमेटी बनी थी, मेहताब जी उसके मेंबर थे और पूरा उनका सेशन बाहर निकल, क्योंकि ये तो उनकी सोच थी, ये तो उनकी समझ थी। 11 बजे क्या खा पी के आते थे, आसपास के सारे बोलते थे हमारी सीट बदल दो। सर जब बोलते थे लोग आके इधर बैठे होंगे पहलवान जी कहीं पे जाके उनको सूंघते थे कि क्या हो रहा, ये तो हालात हैं सर ये बन गए हमारे बदलाव वाले मुख्यमंत्री। अब सर मुख्यमंत्री तो क्या है, उसके ऊपर बेचारे के 2 सुपर मुख्यमंत्री बैठे हुए हैं। उन्होंने तो चलो अपनी शादी ब्याह कराए तो क्या शराब नशा नहीं है तो क्या है? मैं उसी के ऊपर तो बोल रही हूँ कि नशे से इंसान का क्या हो रहा है। मुख्यमंत्री का नशे से ये हिसाब हो गया तो स्टेट क्या हिसाब होएगा? आप सोचिए 10 महीनों में क्या होया। सर 10 महीनों में नशों से ये हालत हो गया है कि आज सड़कों के में लिखा होता है डोंट ड्रिंक एंड डोंट ड्राइव, तो यहाँ पे ड्रिंक करके ड्राइव किया, ये तो स्टेट को ड्राइव कर रहे हैं। और केजरीवाल कहते हैं 2019 की इलेक्शन जीतने के लिए उन्होंने अपने माता के सिर की कसम खाई थी
कि मैं आज के बाद शराब नहीं हाथ लगाऊंगा क्योंकि इलेक्शन जीतनी थी। और केजरीवाल कहते बहुत बड़ी कुर्बानी करी है, भगवंत मान जी ने इतनी बड़ी कुर्बानी कोई नहीं कर सकता। सो सर वो तो कुर्बान हो गए, मुख्यमंत्री बन गए, और पिछले 10 महीनों में हमारे पंजाब का क्या हाल हुआ। सर एक नेशनल शेम से मैं शुरू करना चाहूंगी, क्योंकि कुछ ही महीने पहले, एक आधा महीना पहला होगा कि बाहर गए जर्मनी में हमारे पंजाब के बारे में चर्चा करने के लिए, और चर्चा तो ये होके रह गई कि लुफ्थांसा की फ्लाइट से पहली बार एक मुख्यमंत्री को ऑफलोड किया गया। सर कभी आपने सुना है इस देश में किसी मुख्यमंत्री को जहाज से ऑफलोड किया जाए? सर लुफ्थांसा की फ्लाइट ने ऑफलोड कर दिया क्योंकि उस नशे की हालत में मुख्यमंत्री थे कि चढ़ नहीं पाए। अब सर इधर के हमारे मंत्री जी ने कहा था, जो एविएशन मिनिस्टर है, कि मैं जांच करूंगा, तो जांच करके बताऊंगा, लेकिन वो जांच क्यों दबा दी जरा ये भी वो बता दे। और सर उस हालत में, इतने अच्छे हालत में वो थे कि उन्होंने कहा BMW हमारे पंजाब में एक बहुत बड़ी फैक्ट्री लगा रही है। तो सर अगले दिन BMW ने खंडन कर दिया, हम तो कोई फैक्ट्री नहीं लगा रहे हैं। तो सर ये ऐसी नेशनल शेम इस हालात में, तो आप सोचिए मुख्यमंत्री के ऊपर क्या असर पड़ रहा है, तो सूबे राज्य का क्या हाल हो रहा होगा। सर इसके बाद मैं शुरुआत करूंगी सर सबसे पहले कि एक एक्सपीरियंस्ड, जिस चीज में एक्सपीरियंस है उस बारे पे तो नहीं, लेकिन एक्सपीरियंस मुख्यमंत्री और उनकी जो कैबिनेट है। सर इधर गृह मंत्री जी बैठे हुए हैं, कईयों को Z+ सिक्योरिटी आजकल तो बहुत इनके पास जा रहे हैं सिर्फ इनकी सिक्योरिटी के लिए। यहाँ के लोग वहां के इधर उधर हो रहे हैं अकेले सिक्योरिटी के लिए। सर किसी की सिक्योरिटी विड्रॉ करे तो उसके ऊपर कितना बड़ा खतरा मंडराता होगा। आप सोचिए कि ये मुख्यमंत्री बने सार बदलाव की बड़ी बातें करे थे, भ्रष्टाचार बंद कर देंगे, इलीगल सैंड माइनिंग बंद कर देंगे, नशे, केजरीवाल कहता था 4 हफ्तों में क्या 10 दिनों में DGP का हुक्मनामा करके नशे ऐसे खत्म हो जाएंगे, और भ्रष्टाचार रोक के मैं 35,000 करोड़ रुपए कमाऊंगा, और हर एक औरत को मैं 1-1 हजार रुपया उसको हर महीने का दूंगा, सबके 0 बिल कर दो। ऐसी बड़ी बड़ी बातें करके, जैसे इन्होंने कहा नौकरी देंगे, कर्जा माफी, इसने उससे भी बड़ा झूठ मार दिया। तो सर इन्होंने, सर देखिए कैसे कांग्रेस डिफेंड कर रही है आम आदमी। बिट्टू और औजला साहब आज आम आदमी को डिफेंड कर रहे हैं। सर ये समझिए ये कौन सी खेल खेली जा रही है। बहुत बढ़िया, हाँ बहुत बढ़िया। तो सर ऐसे बड़े बड़े बातें करके, ऐसी बड़ी बड़ी बातें करके, तो इन्होंने ये सरकार बात, तो जो कहते थे कि हम सारा खत्म कर देंगे नशा, केजरीवाल कहता 10 दिन में, भगवंत मान कहता 3 महीने में। तो सर अब 3 महीने क्या होए, 10 महीने क्या होए, नहीं सर अभी तो शुरू किया है। मेन मुद्दे पे तो आने दीजिए सर, मेन मुद्दा 5 मिनट दीजिए। सर आज मैं आना चाहती हूँ कि पिछले 10 महीनों में पंजाब के क्या हालात पैदा हो गए हैं। सर आप सोचिए, एक मुख्यमंत्री एक रिस्पॉन्सिबल पोजीशन पे वो सिक्योरिटी विड्रॉ करता है, और ऑपोजिशन की करता है, सिंगर्स की करता है, XYZ सब की करता है, और सिक्योरिटी विड्रॉ करने के बाद अपने सोशल मीडिया पे डालता है। सर आप सोचिए, सोशल मीडिया में डाल के आप उनको इनकरेजमेंट कर रहे हैं कि आओ अब आप इनको पकड़ लो, इनकी सिक्योरिटी। सर सबसे पहले एक रिनाउंड सिंगर पंजाब का सिद्धू मूसेवाला की हत्या इस करके हुई क्योंकि मुख्यमंत्री ने सिक्योरिटी विड्रॉ करके सारी दुनिया को बता दिया। सर आप विषय पे बोले सर, इसके बाद एक के बाद एक इसके ऊपर जहां कत्ल हो रहे हैं, कभी कबड्डी प्लेयर के कत्ल हो रहे हैं, कभी सिंगर के हो रहे हैं, और सर RPG रॉकेट लॉन्च ग्रेनेड जो जंग में लड़ाइयां होती हैं, उस RPG लॉन्चर्स के साथ इंटेलिजेंस के दफ्तर में लॉन्च किया जा रहा, ग्रेनेड अटैक हो रहे हैं। सो सर ये सारी चीजों को देख के सर सुप्रीम कोर्ट ने क्या टिप्पणी, सब कांग्रेस, आप विषय पे बोले ना, सब कांग्रेस को क्यों माननीय सदस्य आप विषय पे बोले, को क्यों पीड़ा हो रही है? सभी आई एम स्पीकिंग ऑन, इट्स माय विश व्हाट आई स्पीक ऑन, व्हेन यू गेट अ चांस यू स्पीक। सो सर RPG अटैक्स जो आपने कभी रॉकेट लॉन्चर ग्रेनेड कभी देखा नहीं होगा इंटेलिजेंस के दफ्तर पे, जो इंटेलिजेंस ने सिक्योर रखना उनके दफ्तर पे, पुलिस स्टेशन पे। सर नशों के साथ, एक्सटॉर्शंस के साथ, गुंडागरी, लूट इतना सारा बढ़ गया है कि कोई भी सेफ नहीं। और सब इधर सुप्रीम कोर्ट ने क्या बोला, ये सबसे चिंता की बात तो ये है कि सुप्रीम कोर्ट कह रही है कि पंजाब के नशे के साथ, लिकर और नशे के साथ पंजाब खत्म हो रहा है और देश भी खत्म हो जाएगा। और सर इसमें सरकार को फटकार लगाई कि आपने पिछले 2 सालों में इन्होंने कांग्रेस और आम आदमी पार्टी ने
31,000 केस FIR दर्ज किए हैं और पता चलान कितने पेश किए? केवल 3 चलान पेश किए सर। तो इधर सुप्रीम कोर्ट ने उनको फटकार लगाई है कि इस हिसाब से देश का क्या रह जाएगा। आपस में सर इससे भी ज्यादा जो दुख की बात है कि आज हमारा देश जो ड्रग्स स्मगल किए जाते हैं वो पूरे देश में नंबर 1 पोजीशन पंजाब में है ड्रग्स फॉर स्मगलिंग। तो आप ये देखिए कि ये ड्रग्स पूरे देश में जो सबसे ज्यादा राज्य जो फैला रहा है ये NDPS के उनके अपने ये डेटा है। सो सर इसके बारे में मैं यही कहना चाहूंगी कि इधर तो छोड़िए, आज हमारे देश की सुरक्षा भी खतरे में है। आप सोचे कि आर्मी ने हाईकोर्ट को बोला है कि जो इलीगल नाजायज माइनिंग हो रही है उस माइनिंग के कारण देश की सुरक्षा के भी ऊपर भी खतरा है। सो सर इधर इसके साथ देश की सुरक्षा से भी खतरा है। आज हमारे लोगों को मारा पीटा जा रहा है सब, और इतना सारा नशा। सर इन लोग के टाइम में तो सर नाजायज लिकर के बारे में क्या कहे, इनका अपना मंत्री सिक्की सा इनका MP ढुल्लो उस हाउस में मेंबर थे। इनके मुख्यमंत्री अमरिंदर सिंह को चिट्ठी लिखी कि आपकी पुलिस और लीडर की नेक्सस इतना CBI को दीजिए। बताइए CBI को क्यों नहीं दिया? मैं तो मंत्री जी को कहूंगी CBI को दे दिए। लेकिन सर इन सबसे मैं यही कहना चाहती हूँ कि ये गुरुओं पीरों की जो धरती है आज ऐसे नशों के काबू में आ गई है कि प्रेग्नेंट लेडीज हो, एक घर के 2 नौजवान बच्चे हो, न्यूली मैरिड लेडीज हो, घर घर तक कोने कोने तक नशा इन्होंने पकड़ाया भिजाया और अपने मुख्यमंत्री को फेल करार देके उन्होंने बदला। तो इस सरकार ने सर जब मेरी कॉन्स्टिट्यूंसी में लोग जाके औरतें जाके बताती है नशा बेच रहा है तो पुलिस उन्हीं को मारने लग जाती है। सो सर नशों के साथ, ड्रग्स के साथ, लिकर के साथ आज पंजाब का ये हाल हो गया है सर कि कोई अपने आप को सुरक्षित महसूस नहीं कर रहा है। लोग अपनी हिफाजत खुद कर रहे हैं। आप देखिए एक 20 साल का बच्चा, उसके पास उसके माँ बाप के पास सिर्फ 7 एकड़ की जमीन थी, 40 लाख का उसको एक्सटॉर्शन का कॉल आता, वो बेचारे कहां से दे दे, बच्चे को मार दिया। और हमारे मुख्यमंत्री कहते हैं कि जिसने इन सबको मारा, सिद्धू मूसेवाले को मारा, वो गैंगस्टर को अमेरिका ने, कनाडा ने उसको अरेस्ट कर लिया है और गैंगस्टर शरेआम जाके उधर मीडिया के सामने कह रहा है मुझे तो किसी ने अरेस्ट नहीं किया। सो सर इधर बिल्कुल कोई राज नहीं है, जंगल राज चल रहा है। गैंगस्टर्स पंजाब को चला रहे हैं, जेल के बीच में बैठ के चला रहे हैं और ये सरकार पंजाब के पैसों से जाके देश भर में आम आदमी पार्टी और केजरीवाल को चमकाने में लगी हुई है। मैं बस पूछना चाहती हूँ कि जो ये कहते थे कि 35,000 करोड़ करप्शन से बचा लेंगे, तो सब पिछले इन लोग ने तो 1 लाख करोड़ का कर्जा पंजाब के ऊपर 5 सालों में चढ़ा के चले गए, दफा होए। और इन लोगों ने 4 महीनों में इन्होंने 15,000 करोड़ का कर्जा चढ़ा दिया। और आप जानते हैं सर जितनी इलीगल लेकर है, अभी गुजरात सारी जा रही थी, सारी गाड़ियां पकड़ी गई, पुलिस ने पूछा, कोर्ट ने पूछा कि क्यों, वाई आर यू गोइंग सॉफ्ट ऑन देम। सर जितनी एड्स, फुल पेज की एड्स कन्याकुमारी से कश्मीर तक निकलती हैं और सबसे ज्यादा फेसबुक की एड्स गुजरात में चलती थी। तो ये पंजाब का पैसा लूट के पंजाबियों को नशेड़ी बना के, और सर ये जो नाको टेररिज्म चल रही है, हमारा एक बॉर्डर स्टेट है सर, साडा एक बॉर्डर स्टेट हैगा, 550 किलोमीटर पाकिस्तान दे नाल लगता है। जब एहो जी कमजोर सरकार होए, ये तो पाकिस्तान दी आप ही मदद करी जा रही है सर। हमारे खेत कुछ उस तरफ है और आपको पता है नीचे से टनल लगा के ड्रोन्स के राही आर्म्स फेंके जा रहे हैं, पंजाब में ड्रग्स फेंकी जा रही हैं और सरकार आंखें बंद करके बैठी हुई है। तो सब पंजाब के हालात ऐसे हो रहे हैं कि लोग अपने बच्चों को पंजाब में रखना नहीं चाह रहे हैं। सब नौजवान पंजाब छड़ के विदेशा च भज रहे ने, स्कूल ताई नशे पहुंच गए ने। तो इलीगल लिकर होए इन्होंने नहीं रोकी, आम आदमी पार्टी ने नहीं रोकी, कांग्रेस ने नहीं रोकी। नशा इन्होंने कांग्रेसिया ने घर तक पहुंचाया ते इन्होंने नशे का तो आ हाल करता है कि पंजाब की जवानी को खत्म करन च 4 साल पे ने। मैं पूछना चाहती हूं, एक नशेड़ी मुख्यमंत्री होए, निकम्मी इन्हां दी कैबिनेट होए, तो सर चलो मैं नहीं कहती, लोग कहते हैं, ऐसी कैबिनेट हो, ऐसे मुख्यमंत्री होए और जिसको सुप्रीम कोर्ट फटकार लगा रही है। तो ये तो मैं नहीं कह रही हूँ, सुप्रीम कोर्ट पूछ रही है यू आर गोइंग सॉफ्ट, व्हाट आर यू डूइंग। सर मैं इससे आग्रह करती हूँ कि इसको थोड़ी संजीदगी से लिया जाए। जो ये बॉर्डर स्टेट खराब हो जाएगा। पंजाब टुडे is a burning volcano, smoking volcano on the brink of a civil war if it is not controlled, and the government is only interested in looting Punjab and spending it to make Kejriwal and his government shine across the nation.
I appeal through you, sir, that this may be taken very seriously. कि पंजाब की जवानी जो खत्म होती है, ये नशे सिर्फ पंजाब तक नहीं, ये देश भर तक फैल रहे हैं और देश में फैल के हरियाणा हो, राजस्थान हो, हिमाचल हो, महाराष्ट्र हो, गुजरात में कितनी बड़ी बड़ी कंसाइनमेंट्स पकड़ी जा रही हैं। ये पूरे देश को नष्ट करने की जो नार्को टेररिज्म चल रही है, ये सिर्फ पंजाब के लिए नहीं है, देश के लिए है। तो वो पाकिस्तान जो उधर बैठा हुआ है, ये निकम्मी सरकार जो पंजाब में बैठी हुई है, ये नेक्सस जो बना हुआ है, इससे पंजाब और देश को कैसे बचाया जाएगा? ਪੰਜਾਬ ਸਰਕਾਰ ਨੇ ਸੂਬੇ ਵਿੱਚ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। 21 ਦਸੰਬਰ ਤੋਂ ਸੂਬੇ ਦੇ ਸਾਰੇ ਸਰਕਾਰੀ ਏਡਡ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ। ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਰਾਹੀਂ ਦੱਸਿਆ, ਸੂਬੇ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਦੀ ਸਿਹਤ ਤੇ ਜਾਨੀ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਸਰਕਾਰੀ ਏਡਡ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਕੀਤਾ ਜਾਂਦਾ ਹੈ, ਜਦੋਂ ਕਿ ਛੁੱਟੀ ਪਹਿਲਾਂ ਤੋਂ ਨਿਰਧਾਰਿਤ ਸਮੇਂ ਅਨੁਸਾਰ ਹੀ ਹੋਵੇਗੀ। ਦੁਰਾਹਾ ਦੇ ਰਾਮਪੁਰ ਰੋਡ ਤੇ ਸਥਿਤ ਇੱਕ ਸਟੀਲ ਫੈਕਟਰੀ ਦੀ ਲੋਹਾ ਢਾਲਣ ਵਾਲੀ ਭੱਠੀ ਦੇ ਫਟਣ ਕਾਰਨ 2 ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋਣ ਅਤੇ 4 ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਮੌਕੇ ਤੇ ਘਟਨਾ ਦੀ ਜਾਂਚ ਕਰ ਰਹੇ ਦੁਰਾਹਾ ਥਾਣੇ ਦੇ ਸਬ ਇੰਸਪੈਕਟਰ ਸੰਤੋਖ ਸਿੰਘ ਅਤੇ ਏਐਸਆਈ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਰਾਹਾ ਦੇ ਛੌਣੀ ਰਾਮਪੁਰ ਰੋਡ ਤੇ ਸਥਿਤ ਗ੍ਰੇਟ ਇੰਡੀਆ ਸਟੀਲ ਮਿਲ ਵਿੱਚ ਰਾਤ ਦੀ ਸ਼ਿਫਟ ਦੌਰਾਨ ਸਵੇਰੇ ਕਰੀਬ 5:30 ਵਜੇ ਜ਼ੋਰਦਾਰ ਧਮਾਕਾ ਹੋਇਆ ਤੇ ਧਮਾਕੇ ਦੌਰਾਨ ਫੈਕਟਰੀ ਦੀ ਲੋਹਾ ਢਾਲਣ ਵਾਲੀ ਭੱਠੀ ਫਟ ਗਈ ਅਤੇ ਭੱਠੀ ਦੇ ਫਟਣ ਨਾਲ ਇੱਥੇ ਕੰਮ ਕਰਦੇ 2 ਪ੍ਰਵਾਸੀ ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਵਿਨੇ ਕੁਮਾਰ ਪੁੱਤਰ ਜੈ ਪ੍ਰਕਾਸ਼ ਉਮਰ ਕਰੀਬ 30 ਸਾਲ ਵਾਸੀ ਉੱਤਰ ਪ੍ਰਦੇਸ਼ ਅਤੇ ਰਾਹੁਲ ਕੁਮਾਰ ਪੁੱਤਰ ਮਨੋਜ ਕੁਮਾਰ ਉਮਰ ਕਰੀਬ 22 ਸਾਲ ਵਾਸੀ ਬਿਹਾਰ ਵਜੋਂ ਹੋਈ। ਇਸ ਧਮਾਕੇ ਵਿੱਚ ਹੋਰ 4 ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਦੁਰਾਹਾ ਤੇ ਸਿੱਧੂ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਪੁਲਿਸ ਮੁਤਾਬਿਕ ਜ਼ਖਮੀ ਹੋਏ ਬਾਬੂ ਰਾਮ, ਰਮੇਸ਼ ਕੁਮਾਰ, ਅਸੀਤ ਅਤੇ ਅਨਿਲ ਆਦਿ ਮਜ਼ਦੂਰਾਂ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਪੂਰੇ ਖੇਤਰ ਵਿੱਚ ਗਹਿਰੀ ਧੁੰਦ ਤੇ ਸੀਤ ਲਹਿਰ ਦੇ ਹਾਲਾਤ ਬਣੇ ਹੋਏ ਹਨ। ਇਸ ਤਹਿਤ ਅੱਜ ਲਈ ਰੈੱਡ ਅਲਰਟ ਅਤੇ ਕੱਲ੍ਹ ਤੋਂ ਅਗਲੇ 2-3 ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਕਾਰਨ ਵਿਜ਼ਿਬਿਲਿਟੀ ਵੀ ਕਾਫੀ ਘਟ ਗਈ ਹੈ। ਇਸ ਤੋਂ ਇਲਾਵਾ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਆਉਣ ਵਾਲੇ 4-5 ਦਿਨਾਂ ਵਿੱਚ ਸੀਤ ਲਹਿਰ ਅਤੇ ਗਹਿਰੀ ਧੁੰਦ ਪੈਣ ਦੀ ਸੰਭਾਵਨਾ ਹੈ। ਕਣਕ ਦੀ ਫਸਲ ਲਈ ਇਹ ਮੌਸਮ ਲਾਹੇਵੰਦ ਹੈ, ਪਰ ਕੁਝ ਸਬਜ਼ੀਆਂ ਦਾ ਧਿਆਨ ਰੱਖਣ ਦੀ ਲੋੜ ਹੈ, ਜਿਸ ਦਾ ਇਸ ਮੌਸਮ ਤੇ ਮਾੜਾ ਅਸਰ ਪੈਂਦਾ ਹੈ। ਹਾਂਜੀ, ਪੂਰੇ ਰੀਜਨ ਦੇ ਵਿੱਚ ਹੀ ਕਾਫੀ ਠੰਡ ਜਿਹੜੀ ਹੁਣ ਅਸੀਂ ਆਬਜ਼ਰਵ ਕਰ ਰਹੇ ਹਾਂ ਜੀ। ਕੋਲਡ ਵੇਵ ਕੰਡੀਸ਼ਨਸ ਔਰ ਡੈਂਸ ਫੌਗ ਨਾਰਥ ਵੈਸਟ ਇੰਡੀਆ ਦੇ ਉੱਪਰ ਬਣੀ ਹੋਈ ਹੈ। ਸੋ ਇਹਦੇ ਕਰਕੇ ਹੀ IMD ਵੱਲੋਂ ਅੱਜ ਵਾਸਤੇ ਰੈੱਡ ਅਲਰਟ ਜਾਰੀ ਕੀਤਾ ਗਿਆ ਔਰ ਕੱਲ੍ਹ ਤੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ, ਤਾਂ ਕਿ ਸਾਰੇ ਅਲਰਟ ਰਹਿਣ, ਅਪਡੇਟਿਡ ਰਹਿਣ, ਪ੍ਰੀਪੇਅਰਡ ਰਹਿਣ ਇਹ ਵਾਲੀਆਂ ਕੰਡੀਸ਼ਨਸ ਵਾਸਤੇ, ਤਾਂ ਕਿ ਆਪਣੇ ਆਪ ਨੂੰ ਸਾਰੇ ਬਚਾ ਸਕਣ ਕੁਝ ਐਡਵਰਸ ਕੰਡੀਸ਼ਨਸ ਤੋਂ। ਜੀ ਕਿਹੋ ਜਿਹੇ ਹਾਲਾਤ ਰਹੇ ਤੁਹਾਨੂੰ ਲੱਗਦੀ ਹੈ ਸੰਭਾਵਨਾ ਹੈ? ਆਉਣ ਵਾਲੇ 3-4 ਦਿਨਾਂ ਦੇ ਵਿੱਚ ਜਿਹੜੀਆਂ ਸਕਾਈ ਕੰਡੀਸ਼ਨਸ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਜੀ। ਕੋਈ ਬਾਰਿਸ਼ ਜਾਂ ਤੇਜ਼ ਹਵਾਵਾਂ ਦੀ ਕਿਸੇ ਤਰ੍ਹਾਂ ਦੀ ਪ੍ਰੈਡਿਕਸ਼ਨ ਨਹੀਂ ਹੈਗੀ, ਬਟ ਜਿਹੜੀਆਂ ਪ੍ਰੈਜ਼ੈਂਟ ਕੰਡੀਸ਼ਨਸ ਹੈਗੀਆਂ ਨੇ, ਕੋਲਡ ਵੇਵ ਕੰਡੀਸ਼ਨਸ ਐਂਡ ਡੈਂਸ ਫੌਗ, ਇਹੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈਗੀ ਆਉਣ ਵਾਲੇ 3-4 ਦਿਨਾਂ ਦੇ ਵਿੱਚ। ਲੇਕਿਨ ਬੀਤੇ ਸਾਲ ਦੇ ਮੁਕਾਬਲੇ ਕਾਫੀ ਜਿਹੜਾ ਮੌਸਮ ਦਾ ਅੰਤਰ ਆਇਆ ਹੈ, ਕਿਉਂਕਿ ਕਾਫੀ ਪਿਛਲੀ ਵਾਰ ਤਾਪਮਾਨ ਕਾਫੀ ਘੱਟ ਗਿਆ ਸੀ, ਇਸ ਵਾਰ 8 ਡਿਗਰੀ ਤੱਕ ਚੱਲ ਰਿਹਾ ਹੈ। ਬਿਲਕੁਲ ਜੀ, ਇਹ ਵੇਰੀਏਬਿਲਿਟੀ ਅਸੀਂ ਅੱਜ ਕੱਲ੍ਹ ਹਰ ਸਾਲ ਹੀ ਬਹੁਤ ਜ਼ਿਆਦਾ ਆਬਜ਼ਰਵ ਕਰ ਰਹੇ ਹਾਂ, ਕਿਉਂਕਿ ਏਅਰ ਪੋਲਿਊਸ਼ਨ ਜ਼ਿਆਦਾ ਹੋ ਰਿਹਾ, ਉਹਦੇ ਨਾਲ ਗਲੋਬਲ ਵਾਰਮਿੰਗ ਐਂਡ ਕਲਾਈਮੇਟ ਚੇਂਜ ਹੋ ਰਿਹਾ, ਉਹਦੇ ਨਾਲ ਵੇਰੀਏਬਿਲਿਟੀ ਬੜੀ ਵੱਧ ਰਹੀ ਹੈ। ਸੋ ਇਹ ਜਿਹੜੀਆਂ ਈਅਰ ਟੂ ਈਅਰ ਫਲਕਚੁਏਸ਼ਨਸ ਨੇ ਬਹੁਤ ਜ਼ਿਆਦਾ ਹੋ ਰਹੀਆਂ ਨੇ। ਸੋ ਪਿਛਲੇ ਸਾਲਾਂ ਦਾ ਜੇ ਅਸੀਂ ਟੈਂਪਰੇਚਰ ਦੇਖੀਏ, ਜਿਵੇਂ ਮਿਨੀਮਮ ਟੈਂਪਰੇਚਰ ਅੱਜ ਦਾ ਅਸੀਂ 9.4 ਡਿਗਰੀ ਸੈਂਟੀਗ੍ਰੇਡ ਆਬਜ਼ਰਵ ਕੀਤਾ ਹੈਗਾ, ਔਰ ਜਦੋਂ ਕਿ ਪਿਛਲੇ ਸਾਲਾਂ ਦੇ ਵਿੱਚ ਲਾਸਟ ਈਅਰ 2 ਡਿਗਰੀ ਸੈਂਟੀਗ੍ਰੇਡ ਸੀਗਾ ਟੈਂਪਰੇਚਰ 20 ਦਸੰਬਰ ਨੂੰ। ਬਟ ਜੇ ਅਸੀਂ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਟੈਂਪਰੇਚਰ ਕਈ ਸਾਲਾਂ ਵਿੱਚ 8 ਤੋਂ ਉੱਪਰ ਵੀ ਰਿਹਾ, ਈਵਨ 10 ਡਿਗਰੀ ਸੈਂਟੀਗ੍ਰੇਡ ਤੱਕ ਵੀ ਗਿਆ 20 ਦਸੰਬਰ ਦਾ ਟੈਂਪਰੇਚਰ। ਸੋ ਵੇਰੀਏਬਿਲਿਟੀ ਅਸੀਂ ਬਹੁਤ ਆਬਜ਼ਰਵ ਕਰ ਰਹੇ ਹਾਂ। ਉਹਨਾਂ ਦਾ ਡਿਊ ਟੂ ਰਾਈਜ਼ ਆਫ ਪੋਲਿਊਸ਼ਨ ਜਿਹੜੀ ਹੈ ਠੰਡ ਵੀ ਘਟਦੀ ਜਾ ਰਹੀ ਹੈ, ਬੈਕ ਹੁੰਦੀ ਜਾ ਰਹੀ ਹੈ, ਕਿ ਇਸ ਵਾਰ ਠੰਡ ਵੀ ਕਾਫੀ ਲੇਟ ਹੈ। ਬਿਲਕੁਲ ਜੀ, ਇਹ ਵੀ ਅਸੀਂ ਪੈਟਰਨ ਪਿਛਲੇ ਕੁਝ ਸਾਲਾਂ ਤੋਂ ਆਬਜ਼ਰਵ ਕਰ ਰਹੇ ਹਾਂ ਕਿ ਜਿਵੇਂ ਪਹਿਲਾਂ ਦਸੰਬਰ ਦੇ ਸ਼ੁਰੂ ਵਿੱਚ ਹੀ ਬਹੁਤ ਠੰਡ ਹੁੰਦੀ ਸੀ, ਹੁਣ ਇਹ ਥੋੜ੍ਹੀ ਜਿਹੀ ਡਿਲੇ ਜ਼ਰੂਰ ਹੋ ਗਈ ਹੈ। ਹਰ ਸਾਲ ਹੀ ਅਸੀਂ ਦੇਖ ਰਹੇ ਹਾਂ ਕਿ ਠੰਡ ਥੋੜ੍ਹੀ ਲੇਟ ਸਟਾਰਟ ਹੁੰਦੀ ਹੈ ਜੀ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਲੱਗਦਾ ਕਿਹੋ ਜਿਹਾ ਰਹੇਗਾ ਮੌਸਮ? ਆਉਣ ਵਾਲੇ ਦਿਨਾਂ ਦੇ ਵਿੱਚ ਕੋਲਡ ਵੇਵ ਕੰਡੀਸ਼ਨਸ ਔਰ ਡੈਂਸ ਫੌਗ ਜਿਹੜੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈਗੀ ਹੈ ਜੀ 3-4 ਦਿਨ। ਤੇ ਕਣਕ ਵੀ ਬੀਜੀ ਜਾ ਰਹੀ ਹੈ, ਤੁਹਾਨੂੰ ਲੱਗਦਾ ਕਿ ਫਾਇਦਾ? ਕਣਕ ਵਾਸਤੇ ਮੌਸਮ ਬਿਲਕੁਲ ਸਹੀ ਹੈਗਾ ਜੀ, ਕਿਉਂਕਿ ਜਿਹੜੀਆਂ ਰੱਬੀ ਕ੍ਰੌਪਸ ਨੇ ਉਹਨਾਂ ਨੂੰ ਕੂਲਿੰਗ ਦੀ ਬੜੀ ਲੋੜ ਹੁੰਦੀ ਹੈ, ਲੋ ਟੈਂਪਰੇਚਰ ਨੂੰ ਅਡੈਪਟਡ ਹੁੰਦੀਆਂ ਨੇ ਉਹ। ਸੋ ਪਿਛਲੇ ਦਿਨਾਂ ਵਿੱਚ ਕਿਉਂਕਿ ਟੈਂਪਰੇਚਰ ਹਾਇਰ ਚੱਲ ਰਿਹਾ ਸੀ, ਤੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਕਿ ਇਹਦਾ ਕਣਕ ਨੂੰ ਕੋਈ ਨੁਕਸਾਨ ਨਾ ਹੋਵੇ।
ਸੋ ਹੁਣ ਜਿਹੜੀਆਂ ਕੂਲਿੰਗ ਹੋ ਗਈ ਆ, ਸਾਰੇ ਨਾਰਮਲ ਕੰਡੀਸ਼ਨਸ ਨੇ, ਜਿਹੜੀਆਂ ਮੇਨ ਰਬੀ ਕ੍ਰੌਪਸ ਨੇ ਉਹਨਾਂ ਲਈ ਇਹ ਬਿਲਕੁਲ ਸਹੀ ਹੈਗਾ ਮੌਸਮ। ਬਟ ਕਈ ਸਬਜ਼ੀਆਂ ਦੀਆਂ ਫਸਲਾਂ ਥੋੜ੍ਹੀਆਂ ਜ਼ਿਆਦਾ ਸੈਂਸਿਟਿਵ ਹੁੰਦੀਆਂ ਨੇ, ਸੋ ਉਹਨਾਂ ਵਾਸਤੇ ਜ਼ਰੂਰ ਫਾਰਮਰਸ ਨੂੰ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈਗੀ ਆ। ਅਦਰਵਾਈਜ਼ ਮੇਨ ਜਿਹੜੀਆਂ ਰਬੀ ਕ੍ਰੌਪਸ ਨੇ ਉਹਨਾਂ ਵਾਸਤੇ ਬਿਲਕੁਲ ਸਹੀ ਹੈਗਾ ਮੌਸਮ। ਪਾਕਿਸਤਾਨ ਦੇ ਚੱਕਵਾਲ ਸਥਿਤ ਹਿੰਦੂ ਤੀਰਥ ਕਟਾਸਰਾਜ ਦੇ ਦਰਸ਼ਨਾਂ ਲਈ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਅੱਜ ਪਾਕ ਪਹੁੰਚੇ ਜਥੇਦਾਰ ਵਾਘਾ ਪਹੁੰਚਣ ਤੇ ਇਵੈਕੂਏਟ ਟਰਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਸ਼ਰਾਈਨਜ਼ ਰਾਣਾ ਸ਼ਾਹਿਦ ਸਲੀਮ ਅਤੇ ਡਿਪਟੀ ਸਕੱਤਰ ਸੈਯਦ ਫਰਾਜ਼ ਅਬਾਸ ਨੇ ਨਿੱਘਾ ਸਵਾਗਤ ਕੀਤਾ। ਈਟੀਬੀਪੀ ਦੇ ਬੁਲਾਰੇ ਆਮਿਰ ਹੁਸੈਨ ਹਾਸ਼ਮੀ ਨੇ ਅਜੀਤ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਿੰਦੂ ਸ਼ਰਧਾਲੂਆਂ ਨੂੰ ਇਮੀਗ੍ਰੇਸ਼ਨ ਅਤੇ ਕਸਟਮ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਖਤ ਸੁਰੱਖਿਆ ਹੇਠ ਲਾਹੌਰ ਵਿਖੇ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਲਿਜਾਇਆ ਗਿਆ, ਜਿੱਥੇ ਯਾਤਰੂਆਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। मैं सबसे पहले वफाकी मजहबी अमूर की वजारत की जानब से और खसूसी तौर पे चेयरमैन इवैक्यू ट्रस्ट प्रॉपर्टी बोर्ड हबीबुर रहमान गिलानी साहब की तरफ से अपने आने वाले जितने भी हमारे हिंदू यात्रीज हैं जो कि संजय साहब की क़यादत में पाकिस्तान की पाक धरती के ऊपर तशरीफ़ लाए हैं, इनको खुश आमदीद भी कहता हूँ और इनके लिए मेरी बहुत सारी दुआएं हैं कि जितना भी ये अरसा, जितना भी ये दुरानियाँ। ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਦੀ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਮੁੱਖ ਸਕੱਤਰ ਦੇ ਭਰੋਸੇ ਤੇ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਹੜਤਾਲ ਮੁਲਤਵੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਸਾਲ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਨੌਕਰੀ ਤੋਂ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇਗਾ। ਰਾਜਪਾਲ ਨੇ ਹਰਿਆਣਾ ਵਿੱਚ ਵਿਆਹ ਲਈ ਧਰਮ ਪਰਿਵਰਤਨ ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਕਾਨੂੰਨ ਨੂੰ ਹਰਿਆਣਾ ਵਿਧਾਨ ਸਭਾ ਦੀ ਮਨਜ਼ੂਰੀ ਤੋਂ ਬਾਅਦ ਰਾਜਪਾਲ ਨੂੰ ਭੇਜਿਆ ਗਿਆ ਸੀ। ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਰਿਆਣਾ ਵਿੱਚ ਵਿਆਹ ਦੇ ਲਈ ਧਰਮ ਪਰਿਵਰਤਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਹਰਿਆਣਾ ਗੈਰ ਕਾਨੂੰਨੀ ਧਰਮ ਪਰਿਵਰਤਨ ਰੋਕਥਾਮ ਕਾਨੂੰਨ ਦੇ ਤਹਿਤ ਦੋਸ਼ੀ ਨੂੰ ਪੀੜਤਾ ਨੂੰ ਗੁਜ਼ਾਰਾ ਭੱਤਾ ਵੀ ਦੇਣਾ ਹੋਵੇਗਾ। ਇਸ ਦੇ ਨਾਲ ਹੀ ਧਰਮ ਪਰਿਵਰਤਨ ਤੋਂ ਬਾਅਦ ਵਿਆਹ ਤੋਂ ਪੈਦਾ ਹੋਏ ਬੱਚਿਆਂ ਨੂੰ ਵੀ ਰੱਖ ਰਖਾਅ ਦੀ ਰਕਮ ਅਦਾ ਕਰਨੀ ਪਵੇਗੀ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ 3 ਰੋਜ਼ਾ ਸ਼ਹੀਦੀ ਜੋੜ ਮੇਲੇ ਮੌਕੇ ਪ੍ਰਬੰਧਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੀਟਿੰਗ ਹੋਈ। ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਣਨ ਬੀਬੀ ਸਤਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸ਼ਹੀਦੀ ਜੋੜ ਮੇਲੇ ਤੇ ਸਮਾਗਮਾਂ ਵਿੱਚ ਵੱਡੀ ਪੱਧਰ ਤੇ ਸ਼ਿਰਕਤ ਕਰਕੇ ਸੇਵਾ ਕਰਨਗੇ। ਅੱਜ ਸ਼ਹੀਦੀ ਸਭਾ ਦੇ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੈ ਜਿਹੜੀ ਉਹ ਅਸੀਂ ਆਏ ਸਾਲ ਕਰਦੇ ਹਾਂ। ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਜਿਹੜੇ ਸਿਆਸੀ ਕਾਨਫਰੰਸਾਂ ਨੇ ਉਹ ਬੰਦ ਕੀਤੀਆਂ ਗਈਆਂ ਔਰ ਉਸ ਸੰਬੰਧ ਵਿੱਚ ਅਸੀਂ ਇਹ ਕਾਨਫਰੰਸ ਪਿਛਲੇ ਕਈ ਸਾਲਾਂ ਤੋਂ ਬੰਦ ਕੀਤੀ ਹੋਈ ਹੈ। ਪਰ ਵਰਕਰਸ ਦੀ ਜਿਹੜੀ ਡਿਊਟੀ ਹੈ ਉਹ ਸਭਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੰਗਰਾਂ ਦੇ ਵਿੱਚ ਨਗਰ ਕੀਰਤਨ ਦੇ ਨਾਲ ਔਰ ਅੰਦਰ ਜਿਹੜੀ ਸੇਵਾ ਹੈ ਉਹ ਡਿਊਟੀ ਲਾਈ ਜਾਂਦੀ ਹੈ। ਉਸ ਸੰਬੰਧ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਔਰ ਵਰਕਰਸ ਦਾ ਮੈਂ ਧੰਨਵਾਦ ਕਰਦਾ, ਬੜੀ ਸ਼ਮੂਲੀਅਤ ਕੀਤੀ ਉਹਨਾਂ ਨੇ ਵਿੱਚ ਔਰ ਆਪਣੇ ਜਿਹੜੇ ਸੁਝਾਅ ਆ ਉਹ ਦਿੱਤੇ ਆ। ਜਿਹੜੇ ਪਾਰਟੀ ਲੀਡਰ ਆਣਗੇ ਫਤਿਹਗੜ੍ਹ ਪਾਰਟੀ ਲੀਡਰਸ਼ਿਪ ਤਕਰੀਬਨ ਸੀਨੀਅਰ ਲੀਡਰਸ਼ਿਪ ਸਾਰੀ ਹੋਈ। ਸਾਧ ਸੁਖਬੀਰ ਸਿੰਘ ਜੀ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ, ਬਲਵਿੰਦਰ ਸਿੰਘ ਭੁੰਦੜ, ਡਾਕਟਰ ਦਲਜੀਤ ਸਿੰਘ ਚੀਮਾ, ਤਕਰੀਬਨ ਲੀਡਰਸ਼ਿਪ ਸਾਰੀ ਹੋਈ ਨਮਸਕਾਰ ਹੋਣ ਲਈ ਆਏਗੀ। ਕੀ ਅੱਜ ਡਿਊਟੀਆਂ ਲਾਈਆਂ ਗਈਆਂ ਨੇ ਵੱਖਰੇ ਵੱਖਰੇ ਤਕਰੀਬਨ ਨਗਰ ਕੀਰਤਨ ਦੇ ਨਾਲ ਔਰ ਲੰਗਰਾਂ ਦੇ ਵਿੱਚ ਔਰ ਚੇਚੇ ਤੌਰ ਤੇ ਅੱਜ ਜਿਹੜਾ ਮੇਨ ਸੁਝਾਅ ਸੀ ਉਹ ਬਾਅਦ 'ਚ ਸਫਾਈ ਦਾ। ਜਦੋਂ ਲੰਗਰਾਂ ਦੀ ਸਮਾਪਤੀ ਤੋਂ ਬਾਅਦ ਲੰਗਰ ਚੱਲ ਜਾਂਦੇ ਨੇ, ਜਿੱਦਣ ਤਕਰੀਬਨ ਨਗਰ ਕੀਰਤਨ ਤੋਂ ਬਾਅਦ ਹੀ ਟਰੈਕਟਰ ਟਰਾਲੀਆਂ ਜਿਹੜੀਆਂ ਜਾਣੀਆਂ ਸ਼ੁਰੂ ਕਰ ਦਿੰਦੀਆਂ ਨੇ, ਪਰ ਸਫਾਈ ਹੈ ਜਿਹੜੀ ਉਹ ਨਹੀਂ ਹੁੰਦੀ। ਕਈ ਲੰਗਰ ਵਾਲੇ ਨਹੀਂ ਕਰਕੇ ਜਾਂਦੇ, ਉਹ ਅਸੀਂ ਆਪਣਾ ਪ੍ਰਬੰਧ ਕਰਾਂਗੇ। ਵਲੰਟੀਅਰਸ ਜਿਹੜੇ ਉਹ ਪਿੰਡਾਂ 'ਚੋਂ ਲਿਆ ਕੇ ਉਹ ਜਿਹੜੀ ਸਫਾਈ ਆ ਉਹ ਕੀਤੀ ਜਾਏਗੀ।
ਹੋਰ ਧਿਆਨ 'ਚ ਲਿਆਉਣੀ ਚਾਹੁੰਦਾ। ਇਹ ਜਿਹੜੀ ਸਰਕਾਰ ਹੈ, ਜਿੱਥੇ ਪੰਜਾਬ ਮਾਰੂ ਨੀਤੀਆਂ ਨੇ ਇਹਨਾਂ ਦੀਆਂ, ਪੰਜਾਬ ਦੇ ਲੋਕਾਂ ਦੇ ਖਿਲਾਫ ਨੀਤੀਆਂ ਨੇ, ਉੱਥੇ ਜਿਹੜੇ ਸਾਡੇ ਅਦਾਰੇ ਨੇ ਉਹਨਾਂ ਦੇ ਵੀ ਖਿਲਾਫ ਨੇ। ਅਖਬਾਰ ਅਜੀਤ ਹੈ ਜਿਹੜੀ, ਇਹ ਪੰਜਾਬ ਦਾ ਮਾਣ ਤੇ ਸਤਿਕਾਰ ਹੈ, ਪੰਜਾਬ ਦੀ ਆਵਾਜ਼ ਹੈ। ਇਹਦੇ ਵਿੱਚ ਇਸ਼ਤਿਹਾਰ ਬੰਦ ਕਰਨੇ ਔਰ ਆਪਣੇ ਵੱਲੋਂ ਕੋਸ਼ਿਸ਼ ਕਰਨੀ ਇਹਨੂੰ ਬੈਨ ਕਰਨ ਦੀ, ਮੈਂ ਸਮਝਦਾ ਵੀ ਇਦੋਂ ਵੱਡੀ ਨਲਾਇਕੀ ਗੌਰਮੈਂਟ ਦੀ ਨਹੀਂ ਹੋ ਸਕਦੀ, ਕਿਉਂਕਿ ਇੱਕ ਅਦਾਰਾ ਜਿਹੜਾ ਪੰਜਾਬ ਦੀ ਆਵਾਜ਼ ਨੂੰ ਚੱਕਦਾ, ਪੰਜਾਬ ਦੀ ਸੰਗਤ ਦੇ ਵਿੱਚ ਆਵਾਜ਼ ਪਹੁੰਚਾਉਂਦਾ ਲੋਕਾਂ ਦੀ, ਉਹਦੇ 'ਤੇ ਬੈਨ ਲਾਉਣੇ ਮੈਂ ਸਮਝਦਾ ਵੀ ਇਦੋਂ ਘਟੀਆ ਜਿਹੜੀ ਗੱਲ ਹੈ ਉਹ ਨਹੀਂ ਹੋ ਸਕਦੀ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।